ਸਮੇਂ ਪਹਿਲਾਂ ਦੀ ਗੱਲ ਹੈ। ਇੱਕ ਰਾਜੇ ਨੂੰ ਇੱਕ ਅਜੀਬ ਬਿਮਾਰੀ ਸੀ। ਉਹ ਦਿਨ ਵੇਲੇ ਰਾਜਾ ਬਣ ਕੇ ਰਹਿੰਦਾ ਸੀ ਤੇ ਰਾਤ ਦੇ ਹਨੇਰੇ ਵਿੱਚ ਉਹ ਭਿਖਾਰੀਆਂ ਵਰਗਾ ਵਰਤਾਓ ਕਰਨ ਲੱਗ ਜਾਂਦਾ। ਇਹ ਸਭ ਕੁਝ ਉਸ ਦੇ ਨਾਲ ਹੋਇਆ ਸੀ ਬਚਪਨ ਦੀ ਇੱਕ ਘਟਨਾ ਦੇ ਕਾਰਨ। ਇਹ ਕਹਾਣੀ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਹੁੰਦੀ ਏ। ਗੁੱਸੇਖੋਰ ਤੇ ਤਾਕਤਵਰ ਰਾਜਾ, ਜਿਸ ਦੀ ਤਾਕਤ ਤੇ ਉਸ ਦੇ ਕ੍ਰੋਧ ਦੇ ਨਾਲ ਉਸ ਦੇ ਰਾਜ ਦੇ ਸਾਰੇ ਲੋਕ ਡਰਦੇ ਸੀ। ਪਰ ਰਾਜੇ ਦਾ ਪੁੱਤਰ ਬੜਾ ਹੀ ਸ਼ਰਾਰਤੀ ਤੇ ਸ਼ੈਤਾਨ ਸੀ। ਉਹ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਸੀ ਤੇ ਕਦੇ-ਕਦੇ ਤਾਂ ਉਹ ਸ਼ੈਤਾਨੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੰਦਾ ਸੀ। ਇੱਕ ਦਿਨ ਆਪਣੇ ਪੁੱਤਰ ਦੀਆਂ ਸ਼ੈਤਾਨੀਆਂ ਤੋਂ ਤੰਗ ਆ ਕੇ ਰਾਜੇ ਨੇ ਗੁੱਸੇ ਵਿੱਚ ਆ ਕੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਕਿ ਰਾਤ ਨੂੰ ਜਦੋਂ ਇਹ ਗਹਿਰੀ ਨੀਂਦ ਵਿੱਚ ਹੋਵੇ ਤਾਂ ਉਦੋਂ ਉਸ ਨੂੰ ਦੂਸਰੇ ਰਾਜ ਦੇ ਜੰਗਲ ਵਿੱਚ ਛੱਡ ਆਓ। ਰਾਜੇ ਦੇ ਮੰਤਰੀਆਂ ਨੇ ਰਾਜੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਾਜਾ ਆਪਣੇ ਹੁਕਮ ਤੇ ਅਟਲ ਸੀ ਤੇ ਉਸੇ ਰਾਤ ਸਿਪਾਹੀ 8 ਸਾਲ ਦੇ ਰਾਜਕੁਮਾਰ ਨੂੰ ਦੂਸਰੇ ਰਾਜ ਦੇ ਜੰਗਲਾਂ ਵਿੱਚ ਛੱਡ ਆਏ। ਇੱਕ ਹੀ ਰਾਤ ਵਿੱਚ ਰਾਜਕੁਮਾਰ ਦਾ ਪੂਰਾ ਜੀਵਨ ਪਲਟ ਗਿਆ। ਮਹਿਲ ਦੇ ਠਾਠ-ਬਾਠ ਵਿੱਚ ਰਹਿਣ ਵਾਲਾ ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਸੀ। ਰਾਜਕੁਮਾਰ ਭੀਖ ਮੰਗਣ ਲੱਗਿਆ। ਕੁਝ ਮਿਲਦਾ ਤਾਂ ਖਾ ਲੈਂਦਾ, ਨਹੀਂ ਤਾਂ ਬਸ ਭੁੱਖਾ ਭਾਣਾ ਹੀ ਸੌਂ ਜਾਂਦਾ। ਕੁਝ ਦਿਨ ਲੰਘ ਜਾਣ ਤੋਂ ਬਾਅਦ ਜਦ ਰਾਜੇ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਸਨੇ ਰਾਜਕੁਮਾਰ ਦੀ ਭਾਲ ਕਰਨ ਲਈ ਕਿਹਾ, ਪਰ ਰਾਜਕੁਮਾਰ ਤੁਰਦਾ-ਤੁਰਦਾ ਕਿਤੇ ਦੂਰ ਸ਼ਹਿਰ ਵਿੱਚ ਪਹੁੰਚ ਗਿਆ ਸੀ। ਸਮੇਂ ਦੀ ਮਾਰ ਤੇ ਲੋਕਾਂ ਦੀ ਦੁਦਕਾਰ ਦੇ ਨਾਲ ਰਾਜਕੁਮਾਰ ਆਪਣਾ ਬਚਪਨ ਤੇ ਪਹਿਚਾਣ ਭੁੱਲ ਕੇ ਪੂਰੀ ਤਰ੍ਹਾਂ ਨਾਲ ਭਿਖਾਰੀ ਬਣ ਗਿਆ ਸੀ। ਸਮਾਂ ਆਪਣੀ ਚਾਲ ਚੱਲਦਾ ਰਿਹਾ। 20 ਸਾਲ ਬੀਤ ਗਏ। 8 ਸਾਲ ਦਾ ਬੱਚਾ ਹੁਣ 28 ਸਾਲ ਦਾ ਜਵਾਨ ਹੋ ਚੁੱਕਿਆ ਸੀ। ਫਿਰ ਏਦਾਂ ਹੀ ਕਿਤੇ ਭਟਕਦੇ ਕੁਝ ਪਿੰਡ ਤੇ ਸ਼ਹਿਰ ਲੰਘ ਕੇ ਇੱਕ ਦਿਨ ਭਿਖਾਰੀ ਆਪਣੇ ਹੀ ਮਹਿਲ ਦੇ ਸਾਹਮਣਿਓਂ ਭੀਖ ਮੰਗਦੇ ਹੋਏ ਲੰਘਿਆ ਤਾਂ ਉਦੋਂ ਹੀ ਕੁਦਰਤੀ ਬੁੱਢੇ ਰਾਜੇ ਨੇ ਮਹਿਲ ਦੀ ਖਿੜਕੀ ਤੋਂ ਬਾਹਰ ਦੇਖਿਆ। ਉਹੀ ਚਿਹਰਾ, ਉਹੀ ਨੈਣ ਨਕਸ਼। ਰਾਜੇ ਨੇ ਆਪਣੇ ਬੇਟੇ ਨੂੰ ਇੱਕ ਝਲਕ ਵਿੱਚ ਹੀ ਪਹਿਚਾਨ ਲਿਆ। ਰਾਜੇ ਨੇ ਜਲਦੀ ਨਾਲ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਭਿਖਾਰੀ ਨੂੰ ਫੜੋ ਤੇ ਜਲਦੀ ਨਾਲ ਮਹਿਲ ਵਿੱਚ ਲੈ ਕੇ ਆਓ। ਰਾਜੇ ਦਾ ਹੁਕਮ ਸੁਣ ਕੇ ਰਾਜੇ ਦੇ ਮੰਤਰੀ ਨੇ ਹੈਰਾਨ ਜਿਹਾ ਹੋ ਕੇ ਕਿਹਾ, ਹੇ ਰਾਜਨ, ਤੁਹਾਨੂੰ ਭਲਾ ਉਸ ਭਿਖਾਰੀ ਨਾਲ ਕੀ ਕੰਮ? ਰਾਜੇ ਨੇ ਕਿਹਾ, ਮੰਤਰੀ ਜੀ, ਇਹ ਜੋ ਭਿਖਾਰੀ ਦਿਖ ਰਿਹਾ ਹੈ ਨਾ, ਦਰਅਸਲ ਇਹ ਮੇਰਾ ਪੁੱਤਰ ਹੈ। ਇਸ ਰਾਜ ਦਾ ਰਾਜਕੁਮਾਰ ਹੈ। ਮੈਂ ਇਸ ਨੂੰ ਕਿੱਥੇ ਨਹੀਂ ਲੱਭਿਆ, ਪਰ ਸੰਜੋਗ ਦੇ ਨਾਲ ਇਹ ਖੁਦ ਆਪਣੇ ਆਪ ਆਪਣੇ ਘਰ ਆ ਗਿਆ। ਰਾਜੇ ਦਾ ਹੁਕਮ ਮੰਨ ਕੇ ਸਿਪਾਹੀ ਭਿਖਾਰੀ ਦੇ ਮਗਰ ਭੱਜੇ। ਲੜਕੇ ਨੇ ਜਦੋਂ ਸਿਪਾਹੀਆਂ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਹ ਇੱਕਦਮ ਘਬਰਾ ਜਾਂਦਾ ਏ। ਉਸਨੇ ਸੋਚਿਆ ਕਿ ਸ਼ਾਇਦ ਮਹਿਲ ਦੇ ਸਾਹਮਣੇ ਭੀਖ ਮੰਗਣਾ ਅਪਰਾਧ ਹੈ, ਇਸ ਲਈ ਇਹ ਸਿਪਾਹੀ ਮੈਨੂੰ ਫੜਨ ਲਈ ਮੇਰੇ ਪਿੱਛੇ ਆ ਰਹੇ ਨੇ। ਤਾਂ ਉਹ ਲੜਕਾ ਉੱਥੋਂ ਭੱਜ ਲੈਂਦਾ ਏ। ਭੱਜਦੇ ਉਹ ਬਾਜ਼ਾਰ ਦੀ ਭੀੜ ਵਿੱਚ ਗਮਾਚ ਗਿਆ ਤੇ ਸਿਪਾਹੀਆਂ ਦੀਆਂ ਅੱਖਾਂ ਤੋਂ ਓਲੇ ਹੋ ਗਿਆ। ਸਿਪਾਹੀ ਵਾਪਸ ਮਹਿਲ ਆ ਗਏ ਤੇ ਰਾਜੇ ਨੂੰ ਬੋਲੇ, ਮਹਾਰਾਜ, ਉਹ ਭਿਖਾਰੀ ਸਾਡੇ ਹੱਥ ਨਹੀਂ ਆਇਆ। ਸਾਨੂੰ ਦੇਖਦੇ ਹੀ ਉਹ ਤੇਜ਼ੀ ਨਾਲ ਅੱਗੇ ਭੱਜ ਗਿਆ ਤੇ ਬਾਜ਼ਾਰ ਦੀ ਭੀੜ ਵਿੱਚ ਗਵਾਚ ਗਿਆ। ਇੱਧਰ ਰਾਜੇ ਦਾ ਮੰਤਰੀ ਸਿਪਾਹੀਆਂ ਦੀ ਗੱਲ ਪੂਰੀ ਗੌਰ ਨਾਲ ਸੁਣ ਰਿਹਾ ਸੀ। ਮੰਤਰੀ ਰਾਜੇ ਕੋਲ ਜਾਂਦਾ ਏ ਤੇ ਸਾਰੀ ਸਥਿਤੀ ਨੂੰ ਭਾਂਪ ਕੇ ਕਿਹਾ, ਮਹਾਰਾਜ, ਸ਼ਾਇਦ ਉਸ ਨੂੰ ਹੁਣ ਕੁਝ ਯਾਦ ਨਹੀਂ ਏ। ਤੁਸੀਂ ਸਬਰ ਰੱਖੋ, ਅਸੀਂ ਰਾਜਕੁਮਾਰ ਨੂੰ ਲੱਭ ਲਵਾਂਗੇ। ਮੰਤਰੀ ਨੇ ਰਾਜੇ ਨੂੰ ਕਿਹਾ, ਪਰ ਜਦੋਂ ਅਸੀਂ ਉਸ ਨੂੰ ਮਹਿਲ ਲੈ ਕੇ ਆਈਏ ਤਾਂ ਤੁਸੀਂ ਉਸ ਨੂੰ ਇੱਕਦਮ ਨਾ ਦੱਸਿਓ ਕਿ ਉਹ ਤੁਹਾਡਾ ਬੇਟਾ ਹੈ, ਇਸ ਰਾਜ ਦਾ ਰਾਜਕੁਮਾਰ ਹੈ, ਕਿਉਂਕਿ ਮਹਾਰਾਜ, ਇਹ ਗੱਲ ਬਹੁਤ ਗੰਭੀਰ ਹੈ। ਕੀ ਪਤਾ ਉਸ ਦਾ ਦਿਮਾਗ ਐਡੀ ਵੱਡੀ ਖਬਰ ਝੱਲ ਹੀ ਨਾ ਪਾਵੇ, ਕਿਤੇ ਉਹ ਪਾਗਲ ਹੀ ਨਾ ਹੋ ਜਾਵੇ ਤੇ ਜਾਂ ਡਰ ਜਾਵੇ ਤੇ ਸੋਚਣ ਲੱਗੇ ਕਿ ਪਤਾ ਨਹੀਂ ਇਹ ਲੋਕ ਕਿਹੜੀ ਚਾਲ ਚੱਲ ਰਹੇ ਨੇ
ਇਸ ਲਈ ਇਹ ਭਿਖਾਰੀ ਹੀ ਰਾਜਕੁਮਾਰ ਹੈ। ਇਹ ਗੱਲ ਸਾਡੇ ਦੋਨਾਂ ਵਿੱਚ ਹੀ ਰਹੇ। ਫਿਰ ਮੰਤਰੀ ਨੇ ਸਿਪਾਹੀਆਂ ਨੂੰ ਕਿਹਾ ਕਿ ਉਸ ਭਿਖਾਰੀ ਲੜਕੇ ਨੂੰ ਲੱਭੋ ਤੇ ਉਸ ਨੂੰ ਕਹੋ ਕਿ ਇਸ ਰਾਜ ਵਿੱਚ ਭੀਖ ਨਹੀਂ ਮੰਗ ਸਕਦੇ। ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਏ। ਉਸ ਨੂੰ ਕਹੋ ਕਿ ਤੈਨੂੰ ਮਹਿਲ ਵਿੱਚ ਸਾਫ਼ ਸਫਾਈ ਦਾ ਕੰਮ ਕਰਨਾ ਪਵੇਗਾ। ਤੇ ਕੁਝ ਦਿਨਾਂ ਬਾਅਦ ਸਿਪਾਹੀਆਂ ਨੂੰ ਉਹੀ ਭਿਖਾਰੀ ਬਾਜ਼ਾਰ ਵਿੱਚ ਭੀਖ ਮੰਗਦਾ ਹੋਇਆ ਲੱਭ ਜਾਂਦਾ ਏ। ਸਿਪਾਹੀ ਉਸ ਦੇ ਕੋਲ ਗਿਆ ਤੇ ਬੋਲਿਆ, ਲੜਕੇ, ਤੂੰ ਭੀਖ ਨਹੀਂ ਮੰਗ ਸਕਦਾ, ਤੈਨੂੰ ਕੋਈ ਨਾ ਕੋਈ ਕੰਮ ਕਰਨਾ ਪਵੇਗਾ। ਲੜਕੇ ਨੇ ਕਿਹਾ, ਪਰ ਮੈਨੂੰ ਕੁਝ ਨਹੀਂ ਆਉਂਦਾ, ਇਸ ਲਈ ਮੈਨੂੰ ਕੋਈ ਕੰਮ ਨਹੀਂ ਦਿੰਦਾ। ਤਾਂ ਸਿਪਾਹੀ ਨੇ ਕਿਹਾ, ਰਾਜ ਮਹਿਲ ਵਿੱਚ ਸਫਾਈ ਕਰਨ ਵਾਲੇ ਦੀ ਲੋੜ ਹੈ। ਜੇਕਰ ਤੂੰ ਚਾਹੇ ਤਾਂ ਤੂੰ ਇਹ ਕੰਮ ਕਰ ਸਕਦਾ ਏ, ਨਹੀਂ ਤਾਂ ਫਿਰ ਤੈਨੂੰ ਬੰਦੀ ਬਣਾ ਲਿਆ ਜਾਵੇਗਾ। ਹੁਣ ਉਹ ਭਿਖਾਰੀ ਲੜਕਾ ਰਾਜ ਮਹਿਲ ਵਿੱਚ ਸਾਫ਼ ਸਫਾਈ ਦਾ ਕੰਮ ਕਰਨ ਲੱਗਾ। 1 ਮਹੀਨਾ ਕੰਮ ਕਰਨ ਤੋਂ ਬਾਅਦ ਉਸ ਨੂੰ ਬਗੀਚੇ ਵਿੱਚ ਮਾਲੀ ਦਾ ਕੰਮ ਮਿਲ ਗਿਆ। ਇੱਜ਼ਤ ਦੀ ਰੋਟੀ ਖਾਣ ਨਾਲ ਹੌਲੀ-ਹੌਲੀ ਭਿਖਾਰੀ ਦਾ ਖੁਦ ਉੱਪਰ ਵਿਸ਼ਵਾਸ ਵਧਣ ਲੱਗਾ ਕਿ ਮੈਂ ਰਾਜ ਮਹਿਲ ਦਾ ਮਾਲੀ ਹਾਂ। ਕੁਝ ਉਸ ਦੇ ਅੰਦਰ ਆਤਮ ਸਨਮਾਨ ਜਾਗ ਗਿਆ। ਉਸ ਨੂੰ ਆਪਣੇ ਅੰਦਰ ਕੁਝ ਮਾਣ ਮਹਿਸੂਸ ਹੋਣ ਲੱਗਾ। ਕੁਝ ਸਮਾਂ ਹੋਰ ਲੰਘਿਆ ਤਾਂ ਉਸ ਨੂੰ ਦਰਬਾਨ ਦਾ ਕੰਮ ਦੇ ਦਿੱਤਾ ਗਿਆ। ਰਾਜਾ ਵੀ ਕਦੇ ਘੁੰਮਦੇ ਮੁਸਕਰਾਉਂਦਾ ਹੋਇਆ ਉਸ ਲੜਕੇ ਦੇ ਵੱਲ ਦੇਖਦਾ। ਉਸ ਨੂੰ ਇਹ ਸਭ ਬਹੁਤ ਚੰਗਾ ਲੱਗਦਾ। 3 ਮਹੀਨਿਆਂ ਬਾਅਦ ਲੜਕੇ ਨੂੰ ਖਜ਼ਾਨਚੀ ਬਣਾ ਦਿੱਤਾ ਗਿਆ। ਹੁਣ ਆਪਣੀਆਂ ਹੀ ਨਜ਼ਰਾਂ ਵਿੱਚ ਲੜਕੇ ਦਾ ਸਨਮਾਨ ਵਧਣ ਲੱਗਾ। ਉਸ ਦਾ ਵਿਸ਼ਵਾਸ ਵਧਣ ਲੱਗਾ। ਕੁਝ ਤਾਂ ਖਾਸ ਗੁਣ ਹੈ ਮੇਰੇ ਵਿੱਚ ਕਿ ਮੈਨੂੰ ਐਨੀ ਵੱਡੀ ਜ਼ਿੰਮੇਵਾਰੀ ਦਾ ਕੰਮ ਸੌਂਪਿਆ ਗਿਆ ਏ। ਕਈ ਦਿਨ ਨਿਕਲ ਗਏ, ਫਿਰ ਉਸ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਹੁਣ ਉਹ ਰਾਜੇ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ। ਕਦੇ-ਕਦੇ ਰਾਜਾ ਉਸ ਨੂੰ ਸ਼ਾਬਾਸ਼ ਦਿੰਦਾ, ਤੂੰ ਬਹੁਤ ਚੰਗਾ ਕੰਮ ਕਰ ਰਿਹਾ ਏ, ਇਸੇ ਤਰ੍ਹਾਂ ਹੀ ਮਿਹਨਤ ਕਰਦਾ ਰਹਿ। ਹੁਣ ਤਾਂ ਕਹਿਣਾ ਹੀ ਕਿ ਉਸ ਲੜਕੇ ਨੂੰ ਆਪਣੀ ਕਿਸਮਤ ਉੱਪਰ ਭਰੋਸਾ ਨਾ ਹੁੰਦਾ। ਫਿਰ ਇੱਕ ਦਿਨ ਮੰਤਰੀ ਨੇ ਰਾਜੇ ਨੂੰ ਰਾਜ ਸਭਾ ਵਿੱਚ ਕਿਹਾ ਕਿ ਮਹਾਰਾਜ, ਮੇਰੀ ਹੁਣ ਉਮਰ ਹੋ ਗਈ ਹੈ, ਇਸ ਲਈ ਮੈਂ ਮੰਤਰੀ ਦੇ ਪਦ ਤੋਂ ਸੇਵਾ ਮੁਕਤ ਹੋਣਾ ਚਾਹੁੰਦਾ ਹਾਂ ਤੇ ਆਪਣੀ ਜਗ੍ਹਾ ਇੱਕ ਕਾਬਲ ਤੇ ਜਵਾਨ ਉਮੀਦਵਾਰ ਨੂੰ ਮੰਤਰੀ ਬਣਾਉਣ ਦੀ ਸਿਫਾਰਿਸ਼ ਕਰਦਾ ਹਾਂ। ਰਾਜੇ ਨੇ ਉਸ ਦੀ ਗੱਲ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ, ਇਸ ਤਰ੍ਹਾਂ ਹੀ ਕੀਤਾ ਜਾਵੇ। ਸਭਾ ਵਿੱਚ ਵਿਚਾਰ ਮਸ਼ਵਰਾ ਹੋਇਆ ਤੇ ਸਰਬਸੰਮਤੀ ਨਾਲ ਭਿਖਾਰੀ ਲੜਕੇ ਨੂੰ ਮੰਤਰੀ ਬਣਾ ਦਿੱਤਾ ਗਿਆ। ਭਿਖਾਰੀ ਲੜਕੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੇਰੀ ਕਿਸਮਤ ਇੰਨੀ ਚੰਗੀ ਕਿਵੇਂ ਹੋ ਸਕਦੀ ਹੈ। ਇੱਥੇ ਮੈਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਮੇਰੇ ਵਿੱਚ ਇਹੋ ਜਿਹਾ ਕਿਹੜਾ ਗੁਣ ਹੈ ਜੋ ਇਹ ਦੇਖ ਰਹੇ ਨੇ। ਤਾਂ ਦਿਨ ਵਿੱਚ ਕਈ ਵਾਰ ਲੜਕੇ ਦਾ ਰਾਜੇ ਕੋਲ ਆਉਣਾ ਜਾਣਾ ਬਣਿਆ ਰਹਿੰਦਾ ਸੀ। ਫਿਰ ਇੱਕ ਦਿਨ ਰਾਜੇ ਨੇ ਉਸ ਨੂੰ ਕਿਹਾ ਕਿ ਹੁਣ ਤੈਨੂੰ ਸੱਚ ਦੱਸਣ ਦਾ ਸਮਾਂ ਆ ਗਿਆ ਹੈ। ਉਸ ਬੁੱਢੇ ਰਾਜੇ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ, ਅਸਲ ਵਿੱਚ ਤੂੰ ਮੇਰਾ ਬੇਟਾ ਏ, ਤੂੰ ਇਸ ਰਾਜਗੱਦੀ ਦਾ ਅਸਲੀ ਵਾਰਿਸ ਏ। ਉਹ ਲੜਕਾ ਰਾਜੇ ਦੀ ਇਹ ਗੱਲ ਸੁਣ ਕੇ ਦੰਗ ਰਹਿ ਜਾਂਦਾ ਏ। ਜੇਕਰ ਇਸ ਤਰ੍ਹਾਂ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਰਾਜੇ ਨੇ ਉਸ ਦੀ ਗੱਲ ਦਾ ਜਵਾਬ ਦਿੱਤਾ, ਜੇਕਰ ਅਸੀਂ 4 ਸਾਲ ਪਹਿਲਾਂ ਇੱਕਦਮ ਤੈਨੂੰ ਇਹ ਗੱਲ ਕਹਿ ਦਿੰਦੇ ਤਾਂ ਤੈਨੂੰ ਇਹ ਗੱਲ ਹਜਮ ਨਾ ਹੁੰਦੀ। ਤੂੰ ਕੁਝ ਵੀ ਪ੍ਰਤੀਕਿਰਿਆ ਕਰ ਸਕਦਾ ਸੀ। ਇਸ ਲਈ ਅਸੀਂ ਇਹ 4 ਸਾਲ ਦਾ ਸਮਾਂ ਤੇਰੇ ਉੱਤੇ ਖਰਚ ਕੀਤਾ। ਲੜਕੇ ਨੇ ਕਿਹਾ, ਹੇ ਮਹਾਰਾਜ, ਤੁਸੀਂ ਰੋਵੋ ਨਾ, ਤੁਸੀਂ ਚੰਗਾ ਹੀ ਕੀਤਾ। ਉਸ ਵੇਲੇ ਤਾਂ ਮੈਂ ਕੁਝ ਸਮਝ ਹੀ ਨਾ ਪਾਉਂਦਾ। ਅੱਜ ਤੁਸੀਂ ਕਹਿ ਰਹੇ ਹੋ ਤਾਂ ਹਲਕੀ ਯਾਦਾਸ਼ਤ ਮਹਿਸੂਸ ਹੋ ਰਹੀ ਹੈ। ਮਹਿਲ ਦੀਆਂ ਕੰਧਾਂ ਨੂੰ, ਇੱਥੋਂ ਦੇ ਦਰਵਾਜ਼ਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਭ ਕੁਝ ਮੈਂ ਪਹਿਲਾਂ ਵੀ ਕਿਤੇ ਦੇਖਿਆ ਹੋਇਆ ਏ। ਤੇ ਹੁਣ ਉਹ ਲੜਕਾ ਰਾਜਾ ਬਣ ਜਾਂਦਾ ਏ। ਰਾਜੇ ਦੀ ਗੱਦੀ ਤੇ ਬੈਠ ਕੇ ਰਾਜਾ ਘੋਸ਼ਿਤ ਹੋ ਗਿਆ। ਪਰ ਨਾਲ ਹੀ ਇੱਕ ਗੰਭੀਰ ਸਮੱਸਿਆ ਖੜੀ ਹੋ ਜਾਂਦੀ ਏ। ਰਾਜਾ ਦਿਨ ਵੇਲੇ ਆਮ ਰਹਿੰਦਾ, ਪਰ ਰਾਤ ਨੂੰ ਇੱਕ ਸੂਤੀ ਕੱਪੜੇ ਵਿੱਚ ਥੋੜਾ ਜਿਹਾ ਭੋਜਨ ਬੰਨ੍ਹ ਕੇ
ਸੁਰਾਣੇ ਹੇਠ ਲੁਕਾ ਲੈਂਦਾ ਤੇ ਸਾਰੇ ਕੱਪੜੇ ਤੇ ਕੀਮਤੀ ਸਮਾਨ ਚਾਦਰ ਵਿੱਚ ਲਪੇਟ ਕੇ ਆਪਣੇ ਸੀਨੇ ਨਾਲ ਲਾ ਕੇ ਸੌਂਦਾ ਸੀ। ਫਿਰ ਇੱਕ ਦਿਨ ਉਸਦੇ ਪਿਤਾ ਨੇ ਉਸ ਨੂੰ ਇਹ ਸਭ ਕਰਦੇ ਹੋਏ ਦੇਖ ਲਿਆ। ਕੁਝ ਦਿਨ ਧੀਰਜ ਦੇ ਨਾਲ ਉਹ ਇਹ ਸਭ ਦੇਖਦੇ ਰਹੇ। ਫਿਰ ਇੱਕ ਦਿਨ ਉਸਦੇ ਕੋਲ ਜਾ ਕੇ ਬੋਲੇ ਕਿ ਪੁੱਤਰ, ਤੂੰ ਇਕੱਲਿਆਂ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਿਹਾ ਏ? ਤੈਨੂੰ ਕਿਹੜੀ ਚੀਜ਼ ਦੀ ਕਮੀ ਹੈ ਜੋ ਤੂੰ ਰੋਟੀ ਤੇ ਕੱਪੜੇ ਰਾਤ ਨੂੰ ਫੜ ਕੇ ਸੌਂਦਾ ਏ? ਉਸਨੇ ਜਵਾਬ ਦਿੱਤਾ ਕਿ ਪਿਤਾ ਜੀ, ਮੈਂ ਨਹੀਂ ਜਾਣਦਾ ਕਿ ਮੈਨੂੰ ਇਹ ਕੀ ਹੋ ਰਿਹਾ ਏ। ਮੈਨੂੰ ਇਹ ਹਮੇਸ਼ਾ ਡਰ ਬਣਿਆ ਰਹਿੰਦਾ ਏ। ਵਾਰ-ਵਾਰ ਸਭ ਤੇ ਸ਼ੱਕ ਜਿਹਾ ਹੁੰਦਾ ਏ ਕਿ ਕਿਤੇ ਇਹ ਸਭ ਮੇਰੇ ਕੋਲੋਂ ਖੋਇਆ ਨਾ ਜਾਵੇ, ਕਿਤੇ ਲੋਕ ਮੈਨੂੰ ਮਾਰ ਨਾ ਦੇਣ। ਮੈਨੂੰ ਹਰ ਸਮੇਂ ਆਪਣੇ ਆਪ ਉੱਤੇ ਸ਼ੱਕ ਹੁੰਦਾ ਰਹਿੰਦਾ ਏ ਕਿ ਮੈਂ ਸੱਚੀਓ ਰਾਜਾ ਬਣਨ ਦੇ ਯੋਗ ਹਾਂ ਵੀ ਜਾਂ ਨਹੀਂ। ਇਸੇ ਕਾਰਨ ਮੈਂ ਰਾਤ ਨੂੰ ਭਿਖਾਰੀ ਬਣ ਜਾਂਦਾ ਹਾਂ। ਜੇਕਰ ਰਾਤ ਨੂੰ ਰੋਟੀ ਤੇ ਕੱਪੜੇ ਮੈਂ ਆਪਣੇ ਸੀਨੇ ਨਾਲ ਲਾ ਕੇ ਨਾ ਸੌਵਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ। ਨੌਜਵਾਨ ਰਾਜੇ ਦੇ ਮਨ ਨੂੰ ਪਤਾ ਸੀ ਕਿ ਹੁਣ ਉਹ ਰਾਜਾ ਹੈ, ਪਰ ਪਿਛਲੇ 20 ਸਾਲਾਂ ਦਾ ਅਬਚੇਤਨ ਮਨ ਇਸ ਨੂੰ ਕਿਵੇਂ ਸਵੀਕਾਰ ਕਰਦਾ? ਜਿਹੜੀਆਂ ਲੀਕਾਂ ਉਸਦੇ ਗਹਿਰੇ ਮਨ ਵਿੱਚ ਖਿੱਚੀਆਂ ਗਈਆਂ ਸੀ, ਉਹ ਬਾਰ-ਬਾਰ ਉਸ ਨੂੰ ਭਿਖਾਰੀ ਹੀ ਮਹਿਸੂਸ ਕਰਵਾਉਂਦੀਆਂ ਰਹਿੰਦੀਆਂ। ਇਹੀ ਮਾਨਸਿਕ ਤਣਾਅ ਦੇ ਨਾਲ ਰਾਜਾ ਬਿਮਾਰ ਰਹਿਣ ਲੱਗ ਪਿਆ। ਆਪਣੇ ਬੇਟੇ ਦੀ ਇਹ ਹਾਲਤ ਦੇਖ ਕੇ ਬੁੱਢੇ ਪਿਤਾ ਨੇ ਇੱਕ ਸੰਨਿਆਸੀ ਮਹਾਤਮਾ ਨੂੰ ਬੁਲਾਇਆ ਤੇ ਉਹਨਾਂ ਨੂੰ ਸਾਰੀ ਸਮੱਸਿਆ ਦੱਸ ਦਿੱਤੀ। ਉਸ ਮਹਾਤਮਾ ਨੇ ਬੁੱਢੇ ਰਾਜੇ ਨੂੰ ਕਿਹਾ, ਇਸ ਉੱਤੇ ਹਿਪਨੋਸਿਸ ਦੇ ਕੁਝ ਪ੍ਰਯੋਗ ਕਰਨੇ ਪੈਣਗੇ। ਜਦੋਂ ਤੋਂ ਇਹ ਉੱਪਰਲੀ ਸਤ੍ਹਾ ਤੋਂ ਰਾਜਾ ਬਣਿਆ ਏ, ਉਦੋਂ ਤੋਂ ਇਸ ਦੇ ਅੰਤਰਮਨ ਵਿੱਚ ਬੈਠਾ ਭਿਖਾਰੀ ਵਿਚਲਿਤ ਹੋ ਗਿਆ ਏ। ਇਸ ਲਈ ਇਹ ਹਮੇਸ਼ਾ ਹੀ ਡਰ ਤੇ ਚਿੰਤਾ ਵਿੱਚ ਜਿਉਂਦਾ ਏ। ਇਸ ਦੇ ਅਵਚੇਤਨ ਮਨ ਵਿੱਚ ਇਹ ਧਾਰਨਾ ਬਿਠਾਉਣੀ ਪਵੇਗੀ ਕਿ ਇਹ ਇੱਕ ਦਲੇਰ ਤੇ ਸਮਰੱਥ ਰਾਜਾ ਏ। ਮਹਾਤਮਾ ਉਸ ਨੌਜਵਾਨ ਰਾਜੇ ਨੂੰ ਰੋਜ਼ਾਨਾ ਯੋਗ ਨਿਦਰਾ ਦੀ ਅਵਸਥਾ ਵਿੱਚ ਲਿਜਾ ਕੇ ਇਹ ਸੁਝਾਅ ਦਿੰਦੇ, ਮੈਂ ਰਾਜਾ ਹਾਂ, ਮੈਂ ਸਮਰੱਥ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੇਰੇ ਲਈ ਕੁਝ ਵੀ ਕਠਿਨ ਨਹੀਂ ਹੈ, ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ, ਸਾਰੇ ਮੈਨੂੰ ਪਸੰਦ ਕਰਦੇ ਨੇ, ਮੇਰਾ ਆਦਰ ਕਰਦੇ ਨੇ। ਮਹਾਤਮਾ ਉਸ ਨੂੰ ਰੋਜ਼ ਰਾਤ ਨੂੰ ਸੌਂਦੇ ਸਮੇਂ ਇਹਨਾਂ ਭਾਵਨਾਵਾਂ ਦੇ ਨਾਲ ਸੁਭਾ ਦਿੰਦੇ। ਹੌਲੀ-ਹੌਲੀ ਰਾਜੇ ਦੇ ਮਨ ਵਿੱਚ ਸਾਹਸੀ ਤੇ ਸਮਰੱਥ ਹੋਣ ਦੀ ਭਾਵਨਾ ਘਰ ਕਰਦੀ ਗਈ ਤੇ ਭਿਖਾਰੀ ਹੋਣ ਦੀ ਭਾਵਨਾ ਖਤਮ ਹੁੰਦੀ ਗਈ। ਪੁਰਾਣੇ ਤੇ ਡਰਾਵਨੇ ਸੁਪਨੇ ਆਪਣੇ ਆਪ ਆਉਣੇ ਬੰਦ ਹੋ ਗਏ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਜੋ ਤੁਹਾਡੇ ਸਰੀਰ ਤੇ ਮਨ ਨੂੰ ਕਮਜ਼ੋਰ ਬਣਾਵੇ ਉਹ ਪਾਪ ਹੁੰਦਾ ਹੈ ਤੇ ਮੈਂ ਕਮਜ਼ੋਰ ਹਾਂ, ਇਹ ਮੰਨ ਲੈਣਾ ਸਭ ਤੋਂ ਵੱਡਾ ਪਾਪ ਹੈ। ਸਵਾਮੀ ਜੀ ਕਹਿੰਦੇ ਨੇ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਪਹਿਲਾਂ ਤੋਂ ਹੀ ਸਾਡੀਆਂ ਨੇ। ਅਸੀਂ ਹੀ ਹਾਂ ਜੋ ਆਪਣੀਆਂ ਅੱਖਾਂ ਉੱਪਰ ਹੱਥ ਰੱਖ ਲੈਂਦੇ ਹਾਂ ਤੇ ਫਿਰ ਰੋਂਦੇ ਰਹਿੰਦੇ ਹਾਂ ਕਿ ਕਿੰਨਾ ਹਨੇਰਾ ਹੈ। ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ, ਪਰ ਸਾਡੇ ਚੇਤਨ ਮਨ ਵਿੱਚ ਇੱਕ ਹੰਕਾਰ ਨਾਮ ਦਾ ਲਾਚਾਰ ਭਿਖਾਰੀ ਬੈਠਾ ਹੈ ਜੋ ਖੁਦ ਨੂੰ ਆਤਮਾ ਤੋਂ, ਪਰਮ ਸ਼ਕਤੀ ਤੋਂ ਅਲੱਗ ਮੰਨਦਾ ਹੈ। ਇਸ ਲਈ ਹਮੇਸ਼ਾ ਕਮਜ਼ੋਰੀ ਤੇ ਚਿੰਤਾ ਮਹਿਸੂਸ ਕਰਦਾ ਹੈ। ਚੇਤਨ ਮਨ ਜਦੋਂ ਆਪਣੀ ਸ਼ਕਤੀ ਪਹਿਚਾਣਦਾ ਹੈ ਉਦੋਂ ਉਹ ਰਾਜਾ ਹੁੰਦਾ ਹੈ ਤੇ ਆਪਣਾ ਚੰਗਾ ਭਵਿੱਖ ਦੇਖ ਸਕਦਾ ਏ, ਆਪਣੇ ਆਪ ਉੱਪਰ ਵਿਸ਼ਵਾਸ ਕਰ ਸਕਦਾ ਏ। ਪਰੰਤੂ ਜਿਵੇਂ ਹੀ ਧਿਆਨ ਭੰਗ ਹੁੰਦਾ ਏ ਉਦੋਂ ਹੀ ਅਬਚੇਤਨ ਮਨ ਵਿੱਚ ਬੈਠਾ ਹੋਇਆ ਭਿਖਾਰੀ ਪੂਰੇ ਮਨ ਉੱਤੇ ਹਾਵੀ ਹੋਣ ਲੱਗਦਾ ਹੈ। ਸਾਨੂੰ ਆਪਣੇ ਅਵਚੇਤਨ ਮਨ ਨੂੰ ਹਰਾਉਣਾ ਨਹੀਂ ਹੈ, ਬਲਕਿ ਆਪਣੇ ਅਵਚੇਤਨ ਮਨ ਤੱਕ ਸਹੀ ਸੁਨੇਹਾ ਪਹੁੰਚਾਉਣਾ ਏ। ਇਹ ਸਭ ਕੁਝ ਅਸੀਂ ਕਿਵੇਂ ਕਰ ਸਕਦੇ ਹਾਂ? ਯੋਗ ਨਿੰਦਰਾ ਜਾਂ ਧਿਆਨ ਵਿੱਚ ਖੁਦ ਨੂੰ ਬਹੁਤ ਸ਼ਾਂਤ ਕਰਕੇ ਜੋ ਵੀ ਅਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹਾਂ, ਖੁਸ਼ੀ, ਧਨ, ਕਾਮਯਾਬੀ, ਕੁਝ ਵੀ, ਉਸ ਦੀ ਧਾਰਨਾ ਬਣਾ ਕੇ ਉਸ ਨੂੰ ਬਾਰ-ਬਾਰ ਮਹਿਸੂਸ ਕਰਨਾ ਹੈ। ਇਸ ਤਰੀਕੇ ਨਾਲ ਅਵਚੇਤਨ ਮਨ ਵਿੱਚ ਵਸੀਆਂ ਵਿਰੋਧੀ ਧਾਰਨਾਵਾਂ ਟੁੱਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਕੁਝ ਹੀ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ।
ਸੋ ਦੋਸਤੋ, ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਮੋਟੀਵੇਸ਼ਨ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮਿਲਦੇ ਹਾਂ ਜੀ ਫਿਰ ਇੱਕ ਹੋਰ ਨਵੀਂ ਕਹਾਣੀ ਵੀਡੀਓ ਦੇ ਨਾਲ।